ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਹੈ। ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਤੇ ਹਮੇਸ਼ਾ ਵਾਂਗ ਤੁਸੀਂ ਸਭ ਤੋਂ ਡਰਾਵਨਾ ਜਿਹੜਾ ਕੋਈ ਹੁੰਦਾ ਜੇ ਨਾ ਪ੍ਰੋਗਰਾਮ, ਉਹ ਮੇਰੇ ਸਿਰ ਮੜ ਦਿੰਦੇ ਹੋ। ਤੇ ਮੈਨੂੰ ਆਪ ਨੂੰ ਹੀ ਕਈ ਵਾਰ ਖੌਫ ਆਉਂਦਾ ਕਿ ਜਦੋਂ ਲੋਕਾਂ ਨਾਲ ਸਾਂਝਾ ਕਰਾਂਗੇ ਕਿਸ ਤਰੀਕੇ ਦਾ ਰਿਸਪੌਂਸ ਆਣਾ, ਪਰ ਕੀ ਕਰੀਏ, ਜਗਾਉਣ ਦਾ ਜ਼ਿੰਮਾ ਹੀ ਤੁਸੀਂ ਜੇ ਦਿੱਤਾ ਹੈ ਤਾਂ ਮੇਰਾ ਖਿਆਲ ਹੈ ਇਹ ਅੱਜ ਦਾ ਤੁਸੀਂ ਜਦੋਂ ਦੱਸੋਗੇ, ਸਾਰਿਆਂ ਨੂੰ ਸਾਂਝਾ ਕਰੋਗੇ ਕਿ ਕੀ ਸਾਡਾ ਮੁੱਦਾ ਹੈ, ਤਾਂ ਵਾਕਈ ਜੀ ਉਹਦੀ ਇੰਪੋਰਟੈਂਸ ਸਮਝ ਆ ਜਾਏਗੀ। ਬਿਲਕੁਲ, ਮੁੱਦਾ ਬਹੁਤ ਅਹਿਮ ਹੈ ਕਿਉਂਕਿ ਅਕਸਰ ਅਸੀਂ ਜਦੋਂ ਡਾਕਟਰ ਸਾਹਿਬ ਹੋਣਾ ਨਾਲ ਗੱਲਬਾਤ ਕਰਦੇ ਹਾਂ ਤਾਂ ਜ਼ਰੂਰੀ ਇਹ ਹੋ ਜਾਂਦਾ ਕਿ ਪੰਜਾਬ ਨੂੰ ਵਿੱਚ ਫੋਕਸ ਰੱਖ ਕੇ, ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ ਤੇ ਰਿਪੋਰਟਾਂ ਕੀ ਨਸ਼ਰ ਹੋ ਕੇ ਸਾਹਮਣੇ ਆਉਂਦੀਆਂ, ਜਿਹੜੀਆਂ ਸਾਡੇ ਲੋਕਾਂ ਤੱਕ ਜਿਹੜੀਆਂ ਉਸ ਤਰੀਕੇ ਦੇ ਨਾਲ, ਜਿਵੇਂ ਕਹਿ ਲਓ ਕਿ ਸਿਆਸਤ ਨੂੰ ਮੁੱਦਿਆਂ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਉਹਨਾਂ ਮੁੱਦਿਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਤੇ ਉਹਨਾਂ ਦੀ ਕੁਰਸੀ ਬਚਦੀ ਹੈ। ਇਹ ਮੁੱਦਾ ਜਿਹੜਾ ਏਡਜ਼ ਦੇ ਨਾਲ ਜੁੜਿਆ, ਪੰਜਾਬ ਦੇ ਵਿੱਚ ਇਸ ਲਫ਼ਜ਼ ਨੂੰ ਕੋਈ ਜਿਹੜੇ ਲੋਕ ਨੇ ਉਹ ਇਹਨੂੰ ਭੈੜੀ ਬਿਮਾਰੀ ਕਰਕੇ ਕਹਿ ਦਿੰਦੇ ਨੇ ਕਿ ਭਾਵੇਂ ਉਹ ਕੈਂਸਰ ਹੋਵੇ, ਏਡਜ਼ ਹੋਵੇ, ਭੈੜੀ ਬਿਮਾਰੀ ਕਹਿ ਦਿੰਦੇ ਨੇ, ਪਰ ਨਾਮ ਨਹੀਂ ਲਿਆ ਜਾਂਦਾ। ਬਹੁਤ ਜ਼ਿਆਦਾ ਇਹਦੇ ਤੋਂ ਤਰਬਕਿਆ ਜਾਂਦਾ। ਤਰਬਕਣਾ ਵੀ ਚਾਹੀਦਾ, ਬਿਮਾਰੀ ਕੋਈ ਵੀ ਹੋਵੇ। ਪਰ ਹੁਣ ਜਿਹੜੀ ਅਸੀਂ ਰਿਪੋਰਟ ਉੱਤੇ ਗੱਲਬਾਤ ਕਰਨੀ ਹੈ, ਉਹ ਯੂਨਾਈਟਿਡ ਨੇਸ਼ਨ ਵੱਲੋਂ 2022 ਦੀ ਏਡਜ਼ ਉੱਤੇ ਗਲੋਬਲ ਜਿਹੜਾ ਇੱਕ ਅੰਕੜਾ ਉਹਨਾਂ ਨੇ ਜਾਰੀ ਕੀਤਾ ਕਿ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਮਾਫ ਕਰਨਾ, ਕਿ ਕਿਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਇੱਕ ਅਲਾਰਮ ਕਹਿ ਸਕਦੇ ਆ ਕਿ ਇੱਕ ਖਤਰੇ ਦੀ ਘੰਟੀ ਜਿਹੜੀ ਹੈ ਇਸ ਰਿਪੋਰਟ ਦੇ ਨਾਲ ਹੁੰਦੀ ਹੈ। ਤੁਸੀਂ ਇਹਦੇ ਬਾਰੇ ਜ਼ਰੂਰ ਜਾਣੋ। ਦੇਖੋ ਸੁਖਵਿੰਦਰ ਜੀ, ਬੜੇ ਆਮ ਹੀ ਅਸੀਂ ਰਿਪੋਰਟਾਂ, ਕਿਉਂਕਿ ਬਤੌਰ ਇੱਕ ਡਾਕਟਰ ਹੁੰਦੇ ਆ, UN ਦੀਆਂ ਰਿਪੋਰਟਾਂ ਸਾਡੇ ਜਰਨਲਸ ਵਿੱਚ ਆਣੀਆਂ ਇੱਕ ਆਮ ਜਿਹੀ ਗੱਲ ਹੈ। ਪਹਿਲੀ ਵਾਰ ਇਹ ਕੁਝ ਰਿਪੋਰਟ ਆਈ ਜਿਹਦੇ ਪਹਿਲਾ ਪੰਨਾ ਸਿਰਫ ਮੋਟਾ ਡੇਂਜਰ 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 ਕਰਕੇ ਪੇਜ ਭਰ ਛੱਡਿਆ, ਤੇ ਅਗਲੇ ਪੇਜ ਤੇ ਉਹ ਤੇ ਲੱਗਦਾ ਇੰਝ ਸੀ ਵੀ ਜਿਵੇਂ ਕੋਵਿਡ ਵਾਂਗ ਸ਼ਾਇਦ ਕੁਝ ਹੋਰ ਨਵੀਂ ਚੀਜ਼ ਆ ਗਈ, ਸੋ ਭੈ ਦੇ ਨਾਲ ਹੀ ਪੰਨਾ ਖੋਲਿਆ ਵੀ ਕੀ ਆ ਗਿਆ ਐਡਾ ਭਿਆਨਕ ਚੀਜ਼। ਪਰ ਜੋ ਅੰਕੜੇ ਨੇ ਵਾਕਈ ਉਹ ਡਰਾਉਣ ਵਾਲੇ ਨੇ। ਆਪਾਂ ਸਪਸ਼ਟ ਕਰ ਦਈਏ ਕਿ ਨਾ ਤੁਹਾਡੇ ਨਾ ਮੇਰੇ ਇਹ ਅੰਕੜੇ ਯੂਨਾਈਟਿਡ ਨੇਸ਼ਨਸ ਵੱਲੋਂ ਜਾਰੀ ਕੀਤੇ ਗਏ ਨੇ, ਵਿਸ਼ਵ ਪੱਧਰੀ ਅੰਕੜੇ ਨੇ। ਜਿਹੜਾ ਵੀ ਚਾਹੇ ਉਹ ਆਮ ਆਪ ਖੋਲ ਸਕਦਾ ਜੇ ਇਸ UN.org ਦੇ ਵਿੱਚ ਜਾ ਕੇ, ਗਲੋਬਲ ਏਡਜ਼ ਅਪਡੇਟ 2022 ਪੜ੍ਹ ਵੀ ਸਕਦਾ ਜੇ, ਕਿਉਂਕਿ ਉਹਨਾਂ ਨੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਸਾਨੂੰ ਕਿੰਤੂ ਪ੍ਰੰਤੂ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਸਾਡੇ ਕੋਲ ਵੱਖੋ ਵੱਖਰੇ ਮੁਲਕਾਂ ਤੋਂ ਅੰਕੜੇ ਆਏ ਨੇ ਜਿਨ੍ਹਾਂ ਵਿੱਚ ਪ੍ਰੋਪਰ ਉਹਨਾਂ ਦੀ ਕਿੰਨੀ ਟ੍ਰੀਟਮੈਂਟ ਦੀ ਕਿੰਨਿਆਂ ਦੀ ਚੱਲ ਰਹੀ ਹੈ, ਉਹ ਡਿਟੇਲਸ ਉਹਨਾਂ ਕੋਲ ਨੇ। ਕਿੰਨੇ ਫੀਸਦ ਉਸ ਥਾਂ ਦੇ ਡੈਟ ਹੈ, ਮਤਲਬ ਉਹਨਾਂ ਦੇ ਚੜਿਆ ਹੋਇਆ ਕਰਜ਼ਾ ਉਹਨਾਂ ਮੁਲਕਾਂ ਤੇ, ਜਿਨ੍ਹਾਂ ਵਿੱਚ ਕਿੰਨੇ ਫੀਸਦ ਇਹ ਦਵਾਈਆਂ ਤੱਕ ਪਹੁੰਚ ਕਰ ਸਕ ਰਹੇ ਨੇ। ਸੋ ਉਹਨਾਂ ਦਾ ਇਹ ਲਿਖਣਾ ਹੀ ਬਹੁਤ ਮਾਇਨੇ ਰੱਖਦਾ ਜੇ ਕਿ ਤੁਸੀਂ ਸਾਡੀ ਰਿਪੋਰਟ ਨੂੰ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਵਾਕਈ ਤੁਹਾਡੇ ਮੇਰੇ ਚ ਕੀ, ਆਪਾਂ ਕਿੰਨੇ ਕੁ ਮੁਲਕਾਂ ਚ ਫਿਰ ਸਕੇ ਆ, ਜਾਂ ਕਿੰਨੇ ਕੁ ਸਾਨੂੰ ਡੀਟੇਲ ਹੋ ਸਕਦੀ ਹੈ। ਤੇ ਜਿਹੜੇ ਉਹਨਾਂ ਨੇ ਅੰਕੜੇ ਜਗਜ਼ਾਰ ਕੀਤੇ ਨੇ, ਮੇਰਾ ਖਿਆਲ ਹੈ ਥੋੜਾ ਜਿਹਾ ਝਾਤ ਮਰਵਾ ਦਈਏ ਤਾਂ ਸਮਝ ਆ ਜਾਂਦੀ ਹੈ ਕਿ ਅਸੀਂ ਕਿਸ ਬੰਬ ਦੇ ਫਟਣ ਦੇ ਕਗਾਰ ਤੇ ਬੈਠੇ ਹਾਂ। ਇੰਨਾ ਲਗਾਤਾਰ ਖਤਰਾ 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 ਲਿਖਣ ਦੇ ਨਾਲ ਉਹਨਾਂ ਨੇ ਦੱਸਿਆ ਜੇ ਕਿ ਸੰਨ 2021 ਵਿੱਚ ਹਰ 2 ਮਿੰਟ 'ਚ ਜਿੰਨੇ ਕੁ ਅੰਕੜੇ ਉਹਨਾਂ ਨੇ ਇਕੱਠੇ ਕੀਤੇ ਨੇ, ਦੁਨੀਆ ਭਰ ਦੇ ਅੰਕੜੇ, ਜੇ ਆਪਾਂ ਬਾਅਦ ਵਿੱਚ ਭਾਰਤ ਤੇ ਪੰਜਾਬ ਵਿੱਚ ਆਵਾਂਗੇ, ਕਿਹਾ ਉਹਨਾਂ ਨੇ ਕਿ ਹਰ 2 ਮਿੰਟ ਵਿੱਚ ਲਗਭਗ ਇੱਕ ਨੌਜਵਾਨ ਅਡੋਲਸੈਂਟ, ਜਿਹੜੀ ਕਿ ਅਜੇ 20 ਵਰ੍ਹਿਆਂ ਦੀ ਨਹੀਂ ਹੋਈ, ਉਸ ਤੋਂ ਛੋਟੀ ਬੇਟੀ ਜਾਂ ਉਸ ਤੋਂ ਵੀ ਛੋਟੀਆਂ ਬੱਚੀਆਂ, ਇਹ ਹਰ ਨਵੇਂ ਇੱਕ ਕੇਸ ਯਾਨੀ ਨਵੀਂ ਇਨਫੈਕਸ਼ਨ ਨਾਲ ਇਹਨਾਂ ਨੂੰ ਜੂਝਣਾ ਪੈ ਰਿਹਾ ਹੈ। ਜ਼ਰਾ ਧਿਆਨ ਕਰਿਓ, ਹਰ 2 ਮਿੰਟ 'ਚ ਇੱਕ, ਪੂਰੀ ਦੁਨੀਆ ਵਿੱਚ। 18 ਵਰ੍ਹਿਆਂ ਤੋਂ ਛੋਟੀ ਬੇਟੀ ਦੀ ਖਾਸ ਤੌਰ ਤੇ ਜ਼ਿਕਰ ਕੀਤਾ। ਉਹ ਕਾਰਨ ਦੱਸਣਗੇ ਅੱਗੋਂ ਕਿਉਂ ਤੇ ਕਿਵੇਂ। ਜੀ ਵਾਰਨਿੰਗ ਇਸ ਕਰਕੇ ਜਾਰੀ ਕੀਤੀ ਕਿ ਇਹ ਬੇਟੀਆਂ ਨੇ, ਅੱਗੋਂ ਬੱਚੇ ਵੀ ਜੰਮਣੇ ਨੇ, ਵਿਆਹੁਤਾ ਸੰਬੰਧ ਵੀ ਬਣਾਉਣੇ ਨੇ, ਤੇ ਭਾਰੀ ਗਿਣਤੀ ਉਹਨਾਂ ਨੇ ਕਿਹਾ ਕਿ ਉਹ ਮੁਲਕ ਜਿਹੜੇ ਅਜੇ ਜੂਝ ਰਹੇ ਨੇ ਗਰੀਬੀ ਨਾਲ ਜਾਂ ਤੁਸੀਂ ਕਰਜ਼ਈ ਨੇ, ਉਹਨਾਂ ਕੋਲ ਉਹਨਾਂ ਥਾਵਾਂ ਤੇ ਕੋਈ ਵੀ ਇਹ ਤਰਜੀਹ ਨਹੀਂ ਦਿੰਦਾ ਸੀ, ਜਿਵੇਂ ਜਨਮ ਪੱਤਰੀਆਂ ਤਾਂ ਮਿਲਾ ਲੈਂਦੇ ਹਾਂ, ਪਰ ਇਹ ਤਰਜੀਹ ਨਹੀਂ ਦਿੱਤੀ ਜਾਂਦੀ ਕਿ ਕੀ ਇਹਨੂੰ HIV ਜਾਂ ਏਡਜ਼ ਹੈ। ਤੇ ਜਿਸ ਭਾਰੀ ਮਾਤਰਾ ਵਿੱਚ ਬਲਾਤਕਾਰ ਕੀਤੇ ਜਾ ਰਹੇ ਨੇ ਜਾਂ ਜਬਰੀ ਸੰਬੰਧ ਬਣਾਏ ਜਾਂਦੇ ਨੇ, ਜਿਨ੍ਹਾਂ ਵਿੱਚ 37 ਤੋਂ 41% ਘਰ ਵਿਚਲੀਆਂ ਬੱਚੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ, UN ਦੇ ਅੰਕੜੇ ਹੀ ਆਪਾਂ ਕਰ ਰਹੇ ਹਾਂ, ਉਹਨਾਂ ਵਿੱਚ ਸਮਝ ਆ ਜਾਂਦੀ ਹੈ ਕਿ ਕਿੰਨੀ ਵੱਡੀ ਗਿਣਤੀ ਵਿੱਚ ਇਹ ਅੱਗੋਂ ਏਡਜ਼ ਫੈਲਣ ਵਾਲੀ ਹੈ। ਹੁਣ ਉਹਨਾਂ ਨੇ ਕੀ ਕਿਹਾ
ਇਹਨੂੰ ਏਡਸ ਪੈਂਡੈਮਿਕ ਕਿਹਾ ਗਿਆ। ਮੈਂ ਅੰਕੜੇ ਕੁਝ ਪੜ੍ਹ ਕੇ ਹੀ ਦੱਸਣੇ ਚਾਹਾਂਗੀ ਕਿਉਂਕਿ ਹੈ ਹੀ ਇੰਨੇ ਡਰਾਵਨੇ ਕਿ ਆਪ ਹੀ ਪੜ੍ਹ ਕੇ ਘਬਰਾਹਟ ਹੁੰਦੀ ਜੇ। ਉਹਨਾਂ ਨੇ ਕਿਹਾ ਕਿ 2021 ਵਿੱਚ ਜਿੰਨੀਆਂ ਮੌਤਾਂ ਹੋਈਆਂ ਜੇ ਉਹਨਾਂ ਦੀ ਐਵਰੇਜ ਕੱਢ ਲਈ ਜਾਏ ਤਾਂ ਇੱਕ ਜ਼ਿੰਦਗੀ ਪ੍ਰਤੀ ਮਿੰਟ ਏਡਜ਼ ਖਾਤਰ ਇਹ ਮੌਤ ਦੇ ਮੂੰਹ ਵਿੱਚ ਗਈ ਹੈ, ਹਰ ਮਿੰਟ ਵਿੱਚ। ਯਾਨੀ ਉਹਨਾਂ ਨੇ ਕਿਹਾ ਕਿ 6,50,000 ਸਨ ਜਿਹੜੀਆਂ ਏਡਜ਼ ਦੇ ਨਾਲ ਮੌਤਾਂ ਹੋਈਆਂ ਏਡਜ਼ ਕਾਰਨ ਦੁਨੀਆ ਭਰ 'ਚ, ਜਿਨ੍ਹਾਂ ਹਮ, 'ਚੋਂ ਸਿਰਫ 3/4 ਹੀ ਦਵਾਈ ਲੈ ਸਕ ਰਹੇ ਸਨ, ਬਾਕੀਆਂ ਨੂੰ ਦਵਾਈ ਨਹੀਂ ਸੀ ਮਿਲ ਰਹੀ। ਇਹਨਾਂ 3/4 ਵਿੱਚੋਂ ਵੀ ਅੱਗੋਂ ਪੂਰੀ ਟ੍ਰੀਟਮੈਂਟ ਯਾਨੀ ਪੂਰਾ ਇਲਾਜ ਨਹੀਂ ਸੀ ਦਿੱਤਾ ਜਾ ਰਿਹਾ। 10 ਮਿਲੀਅਨ ਲੋਕ ਉਹਨਾਂ ਨੇ ਕਿਹਾ ਇਸ ਵੇਲੇ ਹਨ ਵਿਕਾਸਸ਼ੀਲ ਮੁਲਕਾਂ ਵਿੱਚ, ਜਿੱਥੇ ਉਹਨਾਂ ਨੂੰ ਇਲਾਜ ਦੀ ਕੋਈ ਵੀ ਉਹਨਾਂ ਨੂੰ ਢੰਗ ਤਰੀਕਾ ਨਹੀਂ ਕਿਉਂਕਿ ਗਰੀਬੀ ਨੇ ਲੱਕ ਤੋੜ ਦਿੱਤਾ ਹੋਇਆ। ਉਹਨਾਂ ਵਿੱਚੋਂ ਅੱਗੋਂ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਜਿਸ ਖਤਰੇ ਦੇ ਇਹ ਜਿਹੜੇ ਆਪਾਂ ਕੋਲ 8 ਅੰਕੜੇ ਲਾਈਨ 'ਚ ਕੱਢੇ ਨੇ, ਉਹਨਾਂ ਵਿੱਚ ਅਗਲਾ ਜੇ ਕਿ 15 ਤੋਂ 24 ਸਾਲ ਦੀਆਂ ਔਰਤਾਂ ਯਾਨੀ ਬੇਟੀਆਂ, ਬੱਚੀਆਂ ਹੀ ਕਹਿ ਸਕਦੇ ਹਾਂ ਵਿੱਚ ਹੀ ਔਰਤਾਂ, ਇਹਨਾਂ ਵਿੱਚੋਂ ਇੱਕ ਹਰ ਜਿਹੜੀ ਹੈ 3 ਮਿੰਟ ਦੇ ਵਿੱਚ ਇਨਫੈਕਸ਼ਨ ਇਹ ਲੈ ਰਹੀ ਹੈ ਵਿਕਸਿਤ ਮੁਲਕਾਂ ਵਿੱਚ। ਹਾਂ ਸੌਰੀ ਵਿਕਾਸਸ਼ੀਲ ਮੁਲਕਾਂ ਵਿੱਚ ਉਹਨਾਂ ਨੇ ਕਿਹਾ, ਪਰ ਵਿਕਸਿਤ ਮੁਲਕਾਂ ਦੇ ਕਾਰਨ ਵੱਖ ਨੇ, ਉਹ ਵੀ ਦੱਸ ਰਹੀ ਹਾਂ ਤੁਹਾਨੂੰ। ਤੇ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਇਸ ਕਰਕੇ ਖਤਰਾ ਹੈ ਕਿ ਇਹਨਾਂ ਨੇ ਅਜੇ ਬੱਚੇ ਜੰਮਣੇ ਨੇ, ਬਹੁਤ ਸਾਰੀਆਂ ਨੇ ਜਿਨ੍ਹਾਂ ਨੇ ਅਜੇ ਵਿਆਹ ਕਰਨੇ ਨੇ। ਸੋ ਇਹ ਸਮਝ ਲਓ ਕਿ ਉਹ ਕੀ ਅੱਗੇ ਦੇਣ ਵਾਲੀਆਂ ਨੇ। ਧਿਆਨ ਕਰਿਓ, ਹਰ 3 ਮਿੰਟ 'ਚ ਇੱਕ ਇਹ ਬੱਚੀ ਇਨਫੈਕਟ ਹੋ ਰਹੀ ਹੈ। ਅੱਗੋਂ ਉਹਨਾਂ ਨੇ ਕਿਹਾ ਕਿ ਜੋ ਅੰਕੜੇ ਸਾਹਮਣੇ ਆਏ ਨੇ 2 ਜਾਂ 3 ਪ੍ਰਤੀ 10 ਵਿਆਹੀਆਂ ਔਰਤਾਂ ਦੇ ਵਿੱਚੋਂ ਵੀ ਇਹ ਇਨਫੈਕਸ਼ਨ ਲੱਭੀ ਜਾ ਰਹੀ ਹੈ, ਜਿਹੜੇ ਕਿ ਪਿਛਲੇ 12 ਮਹੀਨਿਆਂ ਦੇ ਹੀ ਸਿਰਫ ਅੰਕੜੇ ਨੇ, ਜਿਨ੍ਹਾਂ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਕਿ ਹੁਣ ਇਹ ਵਾਕਈ ਖਤਰਨਾਕ ਅੰਕੜੇ ਨੇ ਕਿ ਇਹਨਾਂ ਨੂੰ ਫਿਜ਼ੀਕਲ ਅਬਿਊਜ਼ ਸਹਿਣੀ ਪਈ। ਕਈ ਉਹ ਉਹਨਾਂ ਨੇ ਕੇਸਿਸ ਦੀ ਲੰਮੀ ਲਿਸਟ ਦੱਸੀ ਜੇ ਕਿ ਕੁਝ ਆਪਣੇ ਬੌਸਾਂ ਨੂੰ ਪੇਸ਼ ਕੀਤੀ ਗਈ, ਕੁਝ ਦੋਸਤਾਂ ਨਾਲ ਵੰਡੀ ਗਈ, ਕੁਝ ਯਾਨੀ ਜੋ ਵੀ ਕੁਝ ਗੰਦਗੀ ਜੋ ਸਮਾਜ ਦੀ ਹੈ ਉਸ ਸਦਕਾ ਇਹ ਅੰਕੜੇ ਆ, ਜਿਹਨਾਂ ਵਿੱਚ ਧਿਆਨ ਕਰਿਓ ਡਰੱਗ ਐਡਿਕਟਸ ਨਹੀਂ ਹਨ। ਜੀ ਇਹਨਾਂ ਵਿੱਚ ਅਜੇ ਹੋਰ ਵੀ ਜੋ ਆਉਣਗੇ ਅੰਕੜੇ ਉਹ ਵੀ ਮੈਂ ਦੱਸਾਂਗੀ, ਉਹ ਨਹੀਂ ਸ਼ਾਮਲ, ਉਹਨਾਂ ਤੋਂ ਅਲੱਗ ਨੇ ਇਹ ਅੰਕੜੇ। ਹੁਣ 2019 ਦੀ ਉਹ ਗੱਲ ਕਰਦੇ ਨੇ ਜੀ ਕਿ ਇਹਦਾ ਕਿਉਂ ਇੱਕਦਮ ਇਹਦੇ ਵਿੱਚ ਸਡਨ ਸਰਜ ਹੋਇਆ, ਕਿਉਂ ਇੱਕਦਮ ਵਧੇ। ਕਾਰਨ ਦੱਸਦੇ ਨੇ ਕਿ ਕੋਵਿਡ ਕਾਰਨ, ਕਿਉਂਕਿ ਸਭ ਕੁਝ ਇੱਕ ਤਰੀਕੇ ਦੁਨੀਆ ਹੀ ਠੱਪ ਸੀ, ਤਾਂ ਦੁਨੀਆ ਭਰ ਵਿੱਚ HIV ਪੀੜਤ ਲੋਕਾਂ ਦੀ ਜਿਹੜੀ ਟ੍ਰੀਟਮੈਂਟ ਸੀ ਉਹ ਟੁੱਟੀ। ਜੀ ਫਿਰ ਅੱਗੋਂ ਲਗਭਗ ਉਹਨਾਂ ਨੇ ਕਿਹਾ ਕਿ ਕਈ ਲੱਖਾਂ ਬੱਚੀਆਂ ਜਿਹੜੀਆਂ ਸਕੂਲਾਂ ਚੋਂ ਬਾਹਰ ਹੋ ਗਈਆਂ, ਜਿਨ੍ਹਾਂ ਨੂੰ ਦੁਬਾਰਾ ਪਾਉਣ ਲਈ ਮਾਪਿਆਂ ਕੋਲ ਕੋਈ ਫੰਡਸ ਹੀ ਨਹੀਂ ਸਨ, ਪੈਸੇ ਹੀ ਨਹੀਂ ਸਨ, ਨੌਕਰੀਆਂ ਵੀ ਜਾ ਚੁੱਕੀਆਂ ਸਨ। ਇਸ ਕਾਰਨ ਵੀ ਕੋਵਿਡ ਬਹੁਤ ਵਧਿਆ। ਹੁਣ ਸਾਨੂੰ ਸਮਝ ਆ ਜਾਂਦੀ ਹੈ ਕਿ ਘਰ ਬੈਠੀਆਂ ਬੇਟੀਆਂ ਦੇ ਕਿਸ ਤਰੀਕੇ ਬਲਾਤਕਾਰ ਹੋਏ ਹੋਣੇ ਨੇ, ਕਿਉਂਕਿ ਉਹ ਬਾਹਰ ਨਿਕਲਣ ਦੀ ਹਾਲਤ 'ਚ ਨਹੀਂ ਸਨ, ਅੰਦਰ ਡੱਕੀਆਂ ਪਈਆਂ ਸਨ। ਤੇ ਉਹ ਅੱਗੋਂ ਕਾਰਨ ਵੀ ਦੱਸਦੇ ਨੇ ਕਿ ਟੀਨਏਜ ਪ੍ਰੈਗਨੈਂਸੀ ਯਾਨੀ 18 ਸਾਲ ਤੋਂ ਜਾਂ 19 ਸਾਲ ਤੋਂ ਛੋਟੀਆਂ ਬੇਟੀਆਂ ਦੇ ਵਿੱਚ, ਜਿਨ੍ਹਾਂ 'ਚ 13 ਸਾਲ ਤੋਂ 19 ਸਾਲ ਦੀਆਂ ਬੇਟੀਆਂ ਵਿੱਚ ਟੀਨਏਜ ਪ੍ਰੈਗਨੈਂਸੀ ਵਿੱਚ 8 ਗੁਣਾ ਉਛਾਲ ਆਇਆ। ਸਮਝ ਰਹੇ ਹਾਂ ਘਰਾਂ ਦੇ ਵਿੱਚ ਤੜੀਆਂ ਨਾਲ ਕੀ ਵਾਪਰਿਆ ਹੋਣਾ ਜੀ। ਅੱਗੋਂ ਜੈਂਡਰ ਵਾਇਲੈਂਸ ਵਿੱਚ 22% ਉਛਾਲ ਆਇਆ। ਅੱਗੋਂ ਰੇਪਸ ਦੇ ਵਿੱਚ ਇਸੇ ਖਿਮਾ ਕਰਿਓ ਗਲਤ ਬੋਲਿਆ ਗਿਆ, ਰੇਪਸ ਵਿੱਚ 22.5%, ਜੈਂਡਰ ਵਾਇਲੈਂਸ ਵਿੱਚ ਯਾਨੀ ਜੋ ਮਾਰ ਕੁਟਾਈ ਜਾਂ ਹਿੰਸਾ ਘਰੇਲੂ ਹੁੰਦੀ ਸੀ 82%, ਬਹੁਤ ਜ਼ਿਆਦਾ ਵੱਧ ਜੇ। ਤੇ ਅੱਗੋਂ ਉਹਨਾਂ ਨੇ ਕਿਹਾ ਕਿ ਇਹ ਸਭ ਕਿਹਨਾਂ 'ਚ ਵੱਧ ਸਨ, ਜਿਨ੍ਹਾਂ 'ਚੋਂ 75 ਤੋਂ 95 ਮਿਲੀਅਨ ਲੋਕ ਸਨ ਦੁਨੀਆ ਭਰ ਵਿੱਚ, ਜਿਨ੍ਹਾਂ ਦੀਆਂ ਨੌਕਰੀਆਂ ਗਈਆਂ, 2 ਵੇਲੇ ਦੀ ਰੋਟੀ ਦਾ ਜੁਗਾੜ ਨਹੀਂ ਸੀ। ਉਹਨਾਂ ਘਰਾਂ ਵਿੱਚ ਇਹ ਹਿੰਸਾ ਜਾਂ ਇਸ ਤਰੀਕੇ ਦਾ ਜੋ ਇਹ ਵਾਪਰਿਆ, ਉਹ ਬਾਕੀਆਂ ਨਾਲੋਂ 2/3 ਵੱਧ ਸੀ। ਹੁਣ ਅੱਗੋਂ ਉਹ ਦੱਸਦੇ ਨੇ ਜੋ ਹੋਰ ਅੰਕੜੇ, ਕਹਿੰਦੇ ਨੇ ਇਸ ਵੇਲੇ ਮਲੇਸ਼ੀਆ ਤੇ ਫਿਲੀਪੀਨਜ਼ ਵਿੱਚ ਇਹ ਸਭ ਤੋਂ ਵੱਧ ਤੇਜ਼ੀ ਨਾਲ ਐਪੀਡੈਮਿਕ ਹੋ ਰਿਹਾ ਜੇ, ਫੈਲ ਰਿਹਾ ਜੇ। ਤੇ ਹੁਣ ਦੁਨੀਆ ਭਰ ਦੇ ਵਿਕਸਿਤ ਮੁਲਕਾਂ ਵਿੱਚ, ਜਿਨ੍ਹਾਂ ਵਿੱਚ ਕੁਝ ਵਿਕਾਸਸ਼ੀਲ ਮੁਲਕ ਜਿਹੜੇ ਵਿਕਸਿਤ ਮੁਲਕਾਂ ਦੀ ਨਕਲ ਕਰਨ ਵੱਲ ਨੂੰ ਤੁਰੇ ਨੇ, ਉਹਨਾਂ ਵਿੱਚ ਉਹਨਾਂ ਨੇ 2 ਸ਼ਾਮਲ ਕੀਤੇ ਨੇ। ਯੰਗ ਗੇ ਪਾਪੂਲੇਸ਼ਨ ਯਾਨੀ ਉਹ ਮਰਦ
ਜੋ ਮਰਦਾਂ ਨਾਲ ਸੰਬੰਧ ਬਣਾਉਣਾ ਚਾਹੁੰਦੇ ਨੇ, ਉਹਨਾਂ ਦੀ ਲਗਾਤਾਰ ਵੱਧਦੀ ਗਿਣਤੀ ਨੇ ਏਡਜ਼ ਵਿੱਚ ਇੱਕ ਵਾਰ ਫਿਰ ਉਛਾਲ ਲਿਆਂਦਾ। ਉਹਦੇ ਵਿੱਚ ਹੀ ਇਹਨਾਂ ਨੇ ਹੋਰ ਵੀ ਇੱਕ ਅੰਕੜੇ ਜ਼ਾਹਰ ਕੀਤੇ ਨੇ ਕਿ ਹਰ ਰੋਜ਼ ਜੋ ਉਹਨਾਂ ਨੇ ਹੁਣ ਜ਼ਾਹਰ ਕੀਤੇ ਨੇ, ਆਪਾਂ 2022 ਦੇ ਅੰਕੜੇ ਦੱਸਣ ਲੱਗੇ ਹਾਂ, ਜਿਹੜੇ ਪਹਿਲੇ ਅਜੇ 3 ਮਹੀਨਿਆਂ ਤੱਕ ਹੀ ਸ਼ਾਮਲ ਨੇ, ਕਿ ਹਰ ਰੋਜ਼ 4000 ਇਸ ਵੇਲੇ ਬੰਦੇ ਦੁਨੀਆ ਭਰ ਵਿੱਚ ਨਵੇਂ ਇਨਫੈਕਟ ਹੋ ਰਹੇ ਨੇ, ਜਿਨ੍ਹਾਂ ਵਿੱਚੋਂ 1100 ਉਹ ਨੇ ਜਿਹੜੇ 15 ਤੋਂ 24 ਸਾਲਾਂ ਦੇ ਨੇ। ਇਹ ਹਰ ਰੋਜ਼ ਦੇ ਇੰਨੇ ਹੋ ਰਹੇ ਨੇ। ਇਹਦਾ ਮਤਲਬ ਸਮਝ ਲਓ, ਅੰਦਾਜ਼ਨ ਉਹ ਕਹਿ ਰਹੇ ਨੇ ਕਿ 1.2 ਮਿਲੀਅਨ 2025 ਤੱਕ ਨਵੇਂ ਕੇਸ ਆ ਜਾਣਗੇ, ਜਿਨ੍ਹਾਂ ਵਿੱਚੋਂ 3 ਗੁਣਾ, ਯਾਨੀ ਅਸੀਂ ਇਸ ਵੇਲੇ ਜੋ ਉਹਨਾਂ ਨੇ ਟਾਰਗੇਟ ਮਿਥ ਦਿੱਤਾ ਹੈ ਕਿ ਲਿਵ ਇਨ ਰਿਲੇਸ਼ਨਸ਼ਿਪਸ, ਮਲਟੀਪਲ ਸੈਕਸੁਅਲ ਪਾਰਟਨਰਸ, ਜਾਂ ਜਿਹੜੀਆਂ ਵਕਤ ਤੋਂ ਯਾਨੀ ਜਵਾਨ ਜਾਂ ਨੌਜਵਾਨ ਵੀ ਨਹੀਂ ਹੋਈਆਂ ਅਜੇ, ਜਿਹੜੀਆਂ ਅਸੀਂ ਛੋਟੀਆਂ ਨਾਬਾਲਗ ਬੇਟੀਆਂ ਨਾਲ ਜੋ ਕੁਕਰਮ ਕਰਦੇ ਹਾਂ, ਉਹਨਾਂ ਸਦਕਾ ਜੋ 1.2 ਮਿਲੀਅਨ ਤੇ ਜਾਣੀ ਸੀ, ਜ਼ਰਾ ਵੀਰੇ ਜ਼ਰਾ ਅੰਕੜੇ ਸੁਣ ਲਿਓ, 3.7 ਮਿਲੀਅਨ ਤੇ ਪਹੁੰਚ ਜਾਣੀ ਜੇ, ਸਿਰਫ ਇਹ ਸਾਡੇ ਆਪਣੇ ਕੁਕਰਮਾਂ ਕਰਕੇ। ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ 1.47 ਮਿਲੀਅਨ ਹੀ ਸਿਰਫ 2021 ਚ ਜਿਹੜੇ ਇਲਾਜ ਕੀਤਾ ਜਾ ਰਿਹਾ ਸੀ, ਯਾਨੀ ਸਿਰਫ 78%। ਉਹਨਾਂ ਵਿੱਚੋਂ ਜਿਵੇਂ ਹੁਣ ਉਹਨਾਂ ਨੇ ਕਿਹਾ ਕਿ ਜੇ ਆਪਾਂ ਅੰਦਾਜ਼ਾ ਹੀ ਲਾ ਲਈਏ ਜਿਸ ਤਰੀਕੇ ਨਾਲ ਵੱਧ ਰਹੇ ਨੇ ਕੇਸ, ਤਾਂ ਸੰਨ 2025 ਵਿੱਚ $8 ਬਿਲੀਅਨ ਤਾਂ ਸਿਰਫ ਇਹਨਾਂ ਦੇ ਇਲਾਜ ਵਜੋਂ ਜੋ ਖਰਚਾ ਹੋਣਾ ਜੇ ਉਹ ਪੈਣਾ ਜੇ। ਤੇ ਇਸ ਤੋਂ ਅੱਗੇ ਜਿਵੇਂ ਹੁਣ ਉਹਨਾਂ ਨੇ ਕਿਹਾ ਕਿ 171% ਤਾਂ ਗਰੀਬ ਕੰਪਨੀਆਂ ਆਲਰੇਡੀ ਡੈਟ ਥੱਲੇ ਨੇ, ਉਹ ਕਿੱਥੋਂ ਮੰਗਦੀਆਂ ਨੇ UN ਕੋਲੋਂ ਦਵਾਈਆਂ, ਤੇ ਜਿਨ੍ਹਾਂ ਵਿੱਚੋਂ ਅੱਗੋਂ ਇਹਨਾਂ ਹੀ ਮੁਲਕਾਂ ਵਿੱਚ ਜਿਨ੍ਹਾਂ 'ਚ ਭਾਰਤ ਸ਼ਾਮਲ ਜੇ, ਉਹ ਕਹਿੰਦੇ ਨੇ ਇਹ ਮਿਡਲ ਇਨਕਮ 'ਚ ਅਸੀਂ ਲੈ ਕੇ ਜਾ ਰਹੇ ਹਾਂ, ਜਿਨ੍ਹਾਂ 'ਚ 71% ਪੁਰਾਣੇ ਤੇ 71% ਨਵੇਂ, ਇਹ ਉਹ ਨੇ ਜਿਨ੍ਹਾਂ ਨੂੰ ਅੱਗੋਂ ਦਵਾਈ ਨਹੀਂ ਮਿਲਣ ਵਾਲੀ। ਤੁਸੀਂ ਦੇਖੋ ਕਿਉਂ ਉਹਨਾਂ ਨੇ ਡੇਂਜਰ ਤੇ ਗੱਲ ਕਹੇ ਨੇ। ਤੇ ਅੱਗੋਂ ਹੁਣ ਹੋਰ ਉਹਨਾਂ ਨੇ ਜੋ ਵਾਰਨਿੰਗ ਜਾਰੀ ਕੀਤੀ ਜੇ, ਜਿਨ੍ਹਾਂ ਵਿੱਚ ਹੁਣ ਸਾਡਾ ਪੰਜਾਬ ਵੀ ਸ਼ਾਮਲ ਹੁੰਦਾ ਜੇ, ਭਾਰਤ ਵੀ ਸ਼ਾਮਲ ਹੁੰਦਾ ਜੇ। ਉਹ ਕਹਿੰਦੇ ਨੇ 35 ਗੁਣਾ ਰਿਸਕ ਵੱਧ ਜੇ, 35 ਗੁਣਾ ਖਤਰਾ ਵੱਧ ਜੇ ਉਹਨਾਂ ਥਾਵਾਂ ਤੇ ਜਿੱਥੇ ਨਸਾਂ ਵਿੱਚ ਟੀਕੇ ਲਾਏ ਜਾ ਰਹੇ ਨੇ। 30 ਗੁਣਾ ਵੱਧ ਹੋ ਗਿਆ ਜੇ ਜਿੱਥੇ ਫੀਮੇਲ ਸੈਕਸ ਵਰਕਰਸ ਨੇ। 28 ਗੁਣਾ ਵੱਧ ਹੋ ਰਿਹਾ ਉਹਨਾਂ ਥਾਵਾਂ ਤੇ ਜਿੱਥੇ ਭਾਰਤ ਵਿੱਚ ਵੀ ਤੇ ਹੋਰਨਾਂ ਮੁਲਕਾਂ ਵਿੱਚ ਵੀ, ਜਿੱਥੇ ਗੇ ਬੰਦੇ ਵਧਣੇ ਸ਼ੁਰੂ ਹੋ ਚੁੱਕੇ ਨੇ, ਯਾਨੀ ਮਰਦਾਂ ਦੇ ਮਰਦਾਂ ਨਾਲ ਸੰਬੰਧ। ਫਿਰ 14 ਗੁਣਾ ਵੱਧ ਉਹਨਾਂ ਵਿੱਚ ਦਿਸ ਰਿਹਾ ਜੇ ਜਿੱਥੇ ਟਰਾਂਸਜੈਂਡਰ, ਅਸੀਂ ਔਰਤਾਂ ਜਾਂ ਮਰਦ ਜੋ ਵੀ ਤੁਸੀਂ ਉਹਨਾਂ ਨੂੰ ਨਾਂ ਲੈਣਾ ਚਾਹੁੰਦੇ ਹੋਵੋ, ਉਹਨਾਂ ਨਾਲ ਜਬਰੀ ਸਰੀਰਕ ਸੰਬੰਧ ਬਣਾਏ ਜਾ ਰਹੇ। ਹੁਣ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਜੇ ਤੁਸੀਂ ਇਜਾਜ਼ਤ ਦਿਓ, ਮੈਂ ਬੱਚਿਆਂ ਬਾਰੇ, ਕਿਉਂਕਿ ਮੈਂ ਆਪ ਹੀ ਬੱਚਿਆਂ ਦੀ ਡਾਕਟਰ ਹਾਂ, ਉਹ ਅੰਕੜੇ ਜ਼ਰੂਰੀ ਨੇ ਦੱਸਣੇ, ਜੇ ਇਜਾਜ਼ਤ ਦਿਓ ਜ਼ਰੂਰ ਕਰੀਏ। ਬਿਲਕੁਲ ਬਿਲਕੁਲ, ਤੁਸੀਂ ਜਾਰੀ ਰੱਖੋ। ਹੁਣ ਇਹਦੇ ਵਿੱਚ ਸੰਨ 2020 ਦੇ ਉਹਨਾਂ ਨੇ ਦੱਸੇ ਨੇ ਕਿ 1.2 ਲੱਖ, ਯਾਨੀ 1.25 ਲੱਖ ਦੇ ਕਰੀਬ ਮਰੇ ਬੱਚੇ ਇਸੇ ਨਾਲ, HIV ਨਾਲ, ਤੇ 3 ਲੱਖ ਨਵੇਂ ਹੋਰ ਬੱਚੇ ਜਿਨ੍ਹਾਂ ਨੂੰ ਨਵੇਂ ਪਾਸਿਓਂ ਏਡਜ਼ ਸ਼ੁਰੂ ਹੋਈ। ਹੁਣ ਇਹਦਾ ਮਤਲਬ ਉਹ ਕੱਢ ਕੇ ਦੱਸ ਰਹੇ ਨੇ, ਸੰਨ 2020 ਵਿੱਚ ਹਰ 2 ਮਿੰਟ ਵਿੱਚ ਇੱਕ ਬੱਚਾ ਦੁਨੀਆ ਦਾ ਇਸ ਬਿਮਾਰੀ ਨਾਲ ਸੰਕਰਮਿਤ ਮਿਲਿਆ। 2020 ਦੀ ਰਿਪੋਰਟ ਜੇ ਉਛਾਲ ਦੇਖੋ ਜ਼ਰਾ ਕਿੰਨਾ ਜਾ ਰਿਹਾ ਜੇ, 32.5%, ਜੋ ਹੁਣ ਅਜੇ ਸਮਾਂ ਹੀ ਕਿੰਨਾ ਕੁ ਲੰਘਿਆ ਜੇ 2020 ਵਿੱਚ ਤੇ ਹੁਣ 2022 ਵਿੱਚ। ਇਸੇ ਲਈ ਉਹਨਾਂ ਨੇ ਕਹਿ ਦਿੱਤਾ ਕਿ ਖਤਰਾ ਭਾਈ ਇਸ ਕਰਕੇ ਹੈ ਕਿ ਹਰ 5 ਵਿੱਚੋਂ 2 ਜੋ HIV ਪੀੜਤ ਬੱਚੇ ਨੇ, ਨਾ ਤਾਂ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਬਿਮਾਰੀ ਹੈ, ਨਾ ਉਹਨਾਂ ਦੇ ਮਾਪਿਆਂ ਨੂੰ। ਹੁਣ ਜ਼ਰਾ ਅੰਦਾਜ਼ਾ ਲਾ ਲਓ ਕਿ ਕਿਸ ਅਸੀਂ ਬੰਬ ਦੇ ਉੱਤੇ ਬੈਠੇ, ਯਾਨੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਬੱਚਿਆਂ ਨੂੰ ਬਿਮਾਰੀ। ਹੁਣ ਇਹਦੇ 'ਚ ਅੱਗੋਂ ਜੋ ਹੋਰ ਬੜੀ ਸਾਨੂੰ ਝੰਜੋੜਨ ਵਾਲੀ ਗੱਲ ਉਹ ਇਹ ਹੈ ਕਿ ਇਹਨਾਂ ਵਿੱਚੋਂ ਵੀ ਅੱਧੇ ਨੇ ਜਿਨ੍ਹਾਂ ਦੇ ਬਾਰੇ ਪਤਾ, ਉਹਨਾਂ ਵਿੱਚੋਂ ਗੱਲ ਕਰ ਰਹੀ ਹਾਂ, ਜਿਨ੍ਹਾਂ ਬਾਰੇ ਪਤਾ ਹੀ ਨਹੀਂ, ਉਹਨਾਂ ਨੇ ਤਾਂ ਇਲਾਜ ਹੀ ਕੀ ਲੈਣਾ। ਜਿਨ੍ਹਾਂ ਬਾਰੇ ਪਤਾ ਜੇ, ਉਹਨਾਂ ਵਿੱਚੋਂ ਵੀ ਸਿਰਫ 50% ਦਾ ਇਲਾਜ ਕੀਤਾ ਜਾ ਰਿਹਾ ਹੈ, ਯਾਨੀ ਅੱਧਿਆਂ ਦਾ ਜਿਨ੍ਹਾਂ ਦੇ ਬਾਰੇ ਪਤਾ ਵੀ ਹੈ ਫਿਰ ਵੀ ਇਲਾਜ ਨਹੀਂ ਕੀਤਾ ਜਾ ਰਿਹਾ। ਤੇ ਭਰਾਵਾ ਜਦੋਂ ਕੁੜੀਆਂ ਦੀ ਗੱਲ ਕਰਦੇ ਨੇ ਨਾ, ਸੱਚੀ ਦਿਲ ਰੋਂਦਾ ਹੈ ਕਿ ਕੁੜੀਆਂ ਸਿਰਫ 10.5% ਹੀ ਨੇ
ਜਿਨ੍ਹਾਂ ਦਾ ਇਲਾਜ ਹੋ ਰਿਹਾ ਜੀ। ਬਾਕੀ ਸਭ ਮਰਨ ਲਈ ਸੁੱਟ ਦਿੱਤੀਆਂ ਜਾਂਦੀਆਂ ਨੇ ਤੇ ਸਾਨੂੰ ਸੌਖਾ ਹੀ ਸਮਝ ਆ ਸਕਦੀ ਹੈ ਵੀ ਕਿਹੜੇ-ਕਿਹੜੇ ਮੁਲਕਾਂ 'ਚ ਕੁੜੀਆਂ ਦੀ ਅਸੀਂ ਕਿੰਨੀ ਕੁ ਇੱਜ਼ਤ ਕਰਦੇ ਹਾਂ, ਕਿੰਨਾ ਕੁ ਖਰਚਾ ਕਰਦੇ ਹਾਂ ਤੇ ਸਿਰਫ 10.5% ਨੂੰ ਇਲਾਜ ਮਿਲ ਰਿਹਾ ਹੋਏ, ਜਦਕਿ ਪਤਾ ਹੈ ਜਾਣ-ਬੁੱਝ ਕੇ ਕਤਲ ਅਸੀਂ ਕੁੱਖਾਂ 'ਚ ਤਾਂ ਮਾਰਦੇ ਹੀ ਹਾਂ, ਪਰ ਆਹ ਵੀ ਇੱਕ ਨਵਾਂ ਢੰਗ ਲੱਭਿਆ ਕਿ ਏਡਜ਼ ਹੋਇਆ ਤੇ ਚਲੋ ਸੁਰਖਰੂ ਹੋ ਇਹਨੂੰ ਇੰਝ ਹੀ ਛੱਡ ਦਿਓ ਮਰਨ ਲਈ। ਪਰ ਸੋਚ ਲਿਓ ਜਦੋਂ ਨਾਬਾਲਗ ਬੇਟੀਆਂ ਨਾਲ ਕੁਕਰਮ ਕੀਤਾ ਜਾਂਦਾ ਜੀ, ਉਹਨਾਂ 'ਚੋਂ ਬਹੁਤ ਸਾਰੀਆਂ ਇਹ ਹੋਣਗੀਆਂ ਜਿਨ੍ਹਾਂ ਤੋਂ ਅੱਗੋਂ ਬਿਮਾਰੀ ਇਹ ਫੈਲ ਜਾਣੀ ਹੈ ਤੇ ਪਤਾ ਹੀ ਨਹੀਂ ਲੱਗਣਾ ਕੀ ਬਿਮਾਰੀ ਲੈ ਲਈ। ਮੇਰਾ ਖਿਆਲ ਹੈ ਪੰਜਾਬ ਦੀ ਹੁਣ ਗੱਲ ਛੇੜੀਏ ਤਾਂ ਗੱਲ ਕੁਛ ਬਣੇਗੀ। ਬਿਲਕੁਲ ਜੀ। ਤੁਸੀਂ ਪੰਜਾਬ ਦੀ ਰਿਪੋਰਟ ਤੇ ਆਓ ਹੁਣ, ਉਸ ਤੋਂ ਬਾਅਦ ਫਿਰ ਆਪਾਂ ਨਾਲੋਂ ਨਾਲ ਇਹ ਵੀ ਸਵਾਲ ਰਹੇਗਾ ਕਿ ਉਹਦੇ ਵੀ ਜਵਾਬ ਦਿੰਦੇ ਜਾਇਓ ਕਿ ਕਾਰਨ ਕੀ ਨੇ ਕਿ ਇੰਨੇ ਵੱਡੇ ਪੱਧਰ ਤੇ ਏਡਜ਼ ਦਾ ਫੈਲਣਾ, ਤੇ ਦੂਜੀ ਗੱਲ ਇਹ ਕਿ ਕਿਸ ਢੰਗ ਦੇ ਨਾਲ ਪਤਾ ਲੱਗੇ ਮਾਪਿਓ ਨੂੰ ਜੇ ਬੱਚਿਆਂ ਨੂੰ ਹੋ ਰਿਹਾ ਜਾਂ ਲੋਕਾਂ ਦੇ ਵਿੱਚ ਫੈਲ ਰਿਹਾ। ਬਿਲਕੁਲ, ਕੁਝ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਯਾਨੀ ਮੈਂ ਬਤੌਰ ਬੱਚਿਆਂ ਦੀ ਸਪੈਸ਼ਲਿਸਟ ਵਜੋਂ ਜੋ ਕਈ ਅਲੱਗ-ਅਲੱਗ ਜਰਨਲ ਖੰਗਾਲੇ ਤੇ ਕਈ ਥਾਵਾਂ ਤੇ ਕੁਝ ਕਿਉਂਕਿ ਖਬਰਾਂ ਛਪ ਚੁੱਕੀਆਂ ਸੀ ਉਹਨਾਂ ਨੂੰ ਵੀ ਚੁੱਕਿਆ। although ਤੁਸੀਂ ਨੈੱਟ ਤੇ ਫਰੋਲੋਗੇ ਕੁਝ ਬਹੁਤ ਵੱਖ ਅੰਕੜੇ ਦਿਸਣਗੇ, ਪਰ ਮੇਰਾ ਖਿਆਲ ਹੈ ਇਸ ਤੋਂ ਜ਼ਿਆਦਾ ਪ੍ਰਮਾਣਿਤ ਕੋਈ ਸਾਡੇ ਕੋਲ ਖਬਰ ਹੋ ਨਹੀਂ ਸਕਦੀ ਕਿਉਂਕਿ ਸਿੱਧੀ ਯੂਨਾਈਟਿਡ ਨੇਸ਼ਨਸ ਤੋਂ ਆਈ ਹੈ ਤੇ ਕੁਝ ਜੀ, ਜੋ ਛਪ ਚੁੱਕੀਆਂ ਖੋਜਾਂ ਦੇ ਉੱਤੇ ਆਧਾਰਿਤ ਜਿਨ੍ਹਾਂ ਨੂੰ ਵੀ ਆਧਾਰ ਉਹਨਾਂ ਨੇ ਯੂਐਨਓ ਹੀ ਲਿਆ, ਉਹਨਾਂ ਵਿੱਚੋਂ ਗੱਲ ਕਰਦੇ ਹਾਂ ਤਾਂ ਉੱਥੋਂ ਹੁਣ ਜੋ ਭਾਰਤ ਦੇ ਵਿੱਚ ਅੰਕੜੇ ਸ਼ਾਮਲ ਹੋਏ, ਉਹ ਜਿਨ੍ਹਾਂ ਨੂੰ ਕਿ ਸਾਡੇ ਨੈਸ਼ਨਲ ਲੈਵਲ ਤੇ ਵੀ ਇਹਨਾਂ ਨੂੰ ਪ੍ਰਮਾਣਿਤ ਕੀਤਾ ਗਿਆ ਕਿ ਹਾਂਜੀ ਇਹ ਠੀਕ ਨੇ। ਉਹ ਅੰਕੜੇ ਇਹ ਨੇ ਕਿ ਸੰਨ 2014 ਵਿੱਚ ਪੰਜਾਬ ਅੰਦਰ 5385 ਐਚਆਈਵੀ ਪੀੜਤ ਲੋਕ ਸਨ। ਇਹਦੇ ਨਾਲ ਇੱਕ ਬ੍ਰੈਕਟ ਵਿੱਚ ਪਤਾ ਜੇ ਕੀ ਲਿਖਿਆ ਹੋਇਆ ਕਿ ਇਹ ਸਹੀ ਅੰਕੜੇ ਨਹੀਂ ਹਨ। ਇਹ ਯੂਐਨ ਦੀ ਰਿਪੋਰਟ 'ਚ ਉਹਨਾਂ 'ਚ ਲਿਖਿਆ ਇਹ ਬਹੁਤ ਜ਼ਿਆਦਾ ਅੰਡਰ ਰਿਪੋਰਟਡ ਹੈ ਕਿਉਂਕਿ ਨਾ ਤਾਂ ਸਾਰਿਆਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਨਾ ਹੀ ਇਹ ਜਿਨ੍ਹਾਂ ਦੇ ਟੈਸਟ ਹੁੰਦੇ ਨੇ ਉਹਨਾਂ ਜੋ ਬਹੁਤੇ ਇਲਾਜ ਲਈ ਪਹੁੰਚਦੇ ਨੇ, ਸੋ ਇਹ ਕਿਤੇ ਵਿੱਚੇ ਹੀ ਦਫਨ ਹੋ ਰਹੇ ਨੇ। ਸੋ ਇਹ ਅੰਡਰ ਰਿਪੋਰਟਿੰਗ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ, ਜਿਨ੍ਹਾਂ 'ਚ ਆਪਾਂ ਨੂੰ ਪਤਾ ਹੀ ਲੱਗ ਚੁੱਕਾ ਕਿ ਜੇ ਕੁੜੀਆਂ ਜੀ, 10% ਇਲਾਜ ਲਈ ਆ ਰਹੀਆਂ ਨੇ, ਸਮਝ ਆ ਜਾਂਦਾ ਸਾਨੂੰ ਕਿੱਥੇ ਕੁ ਕਿੰਨੇ ਕੁ ਕੇਸ ਰਿਪੋਰਟ ਹੋ ਰਹੇ ਨੇ ਤੇ ਕਿੰਨੀਆਂ ਕੁ ਕੁੜੀਆਂ ਦੇ ਟੈਸਟ ਹੋ ਰਹੇ ਹੋਣਗੇ। ਉਹ ਵੀ ਨਾਬਾਲਗ ਬੇਟੀਆਂ ਦੇ ਜਿਹੜੀਆਂ ਕਿ ਪੀੜਤ ਦੀ ਸਾਨੂੰ ਗਿਣਤੀ ਸਮਝ ਆ ਚੁੱਕੀ ਹੈ ਕਿ ਹਰ 5 ਚੋਂ 2 ਨੂੰ ਤਾਂ ਬਾਰੇ ਤਾਂ ਪਤਾ ਹੀ ਨਹੀਂ। ਸੋ ਇਹਦਾ ਮਤਲਬ ਹੈ ਕਿ ਇਹਦੇ 'ਚ ਜਿੰਨੇ ਵੀ ਮਰਜ਼ੀ ਫੀਸਦ ਕੋਈ ਇਨਕਰੀਜ਼ ਕਰਨਾ ਚਾਹੇ, ਪਰ ਇਹ ਗਿਣਤੀ 2015 ਵਿੱਚ ਸਿੱਧੀ ਛਾਲ ਮਾਰ ਕੇ 8133 ਤੇ ਪਹੁੰਚੀ। ਹੁਣ ਇਹਦਾ ਮਤਲਬ ਇਹ ਸਮਝ ਲਓ ਕਿ ਇਹਦੇ 'ਚ ਉਛਾਲ 34% ਪਹੁੰਚਿਆ, ਜਿਨ੍ਹਾਂ ਵਿੱਚ 2019-20 ਦੇ ਸਿਰਫ ਪਹਿਲੇ 3 ਮਹੀਨਿਆਂ ਵਿੱਚ ਹੀ 2943 ਹੋਰ ਕੇਸ ਸ਼ਾਮਲ ਹੋਏ। ਹੁਣ ਇਹਨਾਂ ਵਿੱਚ ਜਿਵੇਂ ਆਪਾਂ ਹੁਣੇ ਵੀ ਗੱਲ ਕਰ ਰਹੇ ਸੀ, ਖਬਰ ਛਪ ਚੁੱਕੀ ਹੈ ਕਿ 2019 ਦੀ ਜਿਸ ਵਿੱਚ ਨਾਮਵਰ ਇੱਕ ਸਾਡੀ ਨੈਸ਼ਨਲ ਨਿਊਜ਼ਪੇਪਰ 'ਚ ਛਪਿਆ ਕਿ ਜਿੰਨੇ ਕੁ ਅਸੀਂ ਲੱਭ ਚੁੱਕੇ ਹਾਂ ਉਹਨਾਂ 'ਚੋਂ 10% ਤਾਂ ਇਹ ਏਡਜ਼ ਪੀੜਤ ਸਾਡੇ ਜੇਲ੍ਹਾਂ ਦੇ ਅੰਦਰ ਤੜੇ ਹੋਏ ਨੇ, ਉਹਨਾਂ ਤੋਂ ਹੀ ਲੱਭਿਆ। ਕਾਰਨ ਇੱਕ ਬਹੁਤ ਅਹਿਮ ਲਿਖਿਆ ਸੀ, ਡਰੱਗ ਜੀ, ਅਡਿਕਸ਼ਨ। ਇਹਦਾ ਮਤਲਬ ਹੈ ਅਸੀਂ ਤਾਂ ਫਜ਼ੂਲ 'ਚ ਹੀ ਤਗਮੱਜੇ ਮਾਰੀ ਜਾ ਰਹੇ ਹਾਂ, ਅਸੀਂ ਕੰਟਰੋਲ 'ਚ ਕਰ ਲਿਆ ਨਸ਼ਾ। ਜੇ ਅਸੀਂ ਨਸ਼ਾ 'ਚ ਟੀਕੇ ਜੇਲ੍ਹਾਂ ਦੇ ਅੰਦਰ ਲਾਉਣ ਨੂੰ ਮਿਲ ਰਹੇ ਨੇ, ਜਿਹੜੇ ਅੱਗੋਂ ਏਡਜ਼ ਦਾ ਕਾਰਨ ਬਣਦੇ ਨੇ, ਉਹ ਵੀ 10% ਸਾਡੇ ਪੂਰੇ ਟੋਟਲ 'ਚ ਉਹਦੇ ਅੰਦਰ ਹੋਣ, ਸਮਝ ਆ ਜਾਂਦੀ ਹੈ ਵੀ ਬਹੁਤ ਅੰਡਰ ਰਿਪੋਰਟਡ ਹੋਣਗੇ। ਜੇ ਬਾਹਰਲੇ ਅੰਡਰ ਰਿਪੋਰਟਡ ਨੇ ਤਾਂ ਫਿਰ ਇਹਦੇ ਵਿੱਚ ਜਿਸ ਤਰੀਕੇ ਪੰਜਾਬ ਵਿੱਚ ਅੰਮ੍ਰਿਤਸਰ ਨੰਬਰ 1 ਤੇ ਐਚਆਈਵੀ ਪੀੜਤਾਂ 'ਚ ਲੈ ਗਏ ਨੇ, ਕਾਰਨ 3 ਜਿਹੜੇ ਮੁੱਖ ਆਏ। ਪਹਿਲਾ, ਇਹੀ ਨਸ਼ਾਂ 'ਚ ਟੀਕੇ ਲਾਣੇ। ਦੂਸਰਾ, ਨਾਬਾਲਗ ਬੱਚੀਆਂ ਦਾ ਨੋਚਣਾ ਤੇ ਤੀਸਰਾ, ਜਿਸ ਤਰੀਕੇ ਮੈਂ ਹੁਣੇ ਦੱਸ ਕੇ ਹੀ ਹਟੀ ਹਾਂ ਕਿ ਸਾਡੀ ਫੀਮੇਲ ਸੈਕਸ ਵਰਕਰਸ ਵਿੱਚ ਵਾਧਾ। ਸੋ ਸਮਝ ਲਓ ਅਸੀਂ ਥਾਂ ਦਾ ਨਾਂ ਦੇਖਿਓ, ਅੰਮ੍ਰਿਤਸਰ ਸਿੱਖਤੀ ਦਾ ਘਰ, ਤੇ ਅੱਗੋਂ ਅਸੀਂ ਸੁਣ ਲਓ ਅਸੀਂ ਕੀ ਕਾਰੇ ਕਰਦੇ ਹਾਂ ਜਿਸ ਕਾਰਨ ਅਸੀਂ ਪਹਿਲੇ ਨੰਬਰ ਤੇ ਨਸ਼ਾਂ 'ਚ ਟੀਕੇ ਲਾ ਕੇ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ। ਜੇ ਪੂਰੇ ਹਿੰਦੁਸਤਾਨ 'ਚ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆਂਧਰ ਪ੍ਰਦੇਸ਼ ਆਉਂਦਾ ਜੇ, ਸਾਡਾ ਪੰਜਾਬ 22ਵੇਂ ਨੰਬਰ ਤੇ, ਸਾਡੇ ਤੋਂ ਪਿੱਛੇ ਹੈ 23ਵੇਂ ਤੇ ਰਾਜਸਥਾਨ। ਤਾਂ ਅਸੀਂ ਬੜੀਆਂ ਛਾਲਾਂ ਮਾਰਦੇ ਅਗਾਂਹ ਆ ਰਹੇ ਹਾਂ। ਸੱਚ ਦੱਸੀਏ ਜੇ ਜਿਸ ਤਰੀਕੇ ਦੇ ਅੰਕੜੇ ਨੇ ਕਿ ਜਿੱਥੇ ਸਾਨੂੰ ਪਤਾ ਹੀ ਨਹੀਂ। ਹੁਣ ਤੁਹਾਨੂੰ ਮੈਂ ਇਹਦੇ ਥੋੜ੍ਹਾ ਜਿਹਾ ਸਬੂਤ ਦੇਣੇ ਚਾਹੁੰਦੀ ਹਾਂ। ਇੱਕ ਨਿੱਕਾ ਜਿਹਾ ਰਜਿੰਦਰਾ ਹਸਪਤਾਲ, ਕਿੱਡੀ ਕੁ ਥਾਂ ਹੈ, ਉਹਦੇ 'ਚ ਇੱਕ ਇਕੱਲਾ ਮੇਰਾ ਹੀ ਵਾਰਡ। ਸਾਨੂੰ ਕੰਪਲਸਰੀ ਕਰਨਾ ਪਿਆ ਕਿ ਜਿਵੇਂ ਮੇਰੇ ਕੋਲ ਕੋਈ ਮੇਰੇ ਵਾਰਡ ਵਿੱਚ ਕੋਈ ਐਮਰਜੈਂਸੀ ਵਿੱਚ ਮਰੀਜ਼ ਆਉਂਦੇ ਨੇ,
ਕੰਪਲਸਰੀ ਕਰ ਦਿੱਤਾ ਸੀ ਕਿ ਉਹਨਾਂ ਦੀ HIV ਟੈਸਟਿੰਗ ਜ਼ਰੂਰੀ ਜੇ। ਇਹ ਸਾਡੇ ਸਾਰੇ ਬੱਚਾ ਵਿਭਾਗ ਵਿੱਚ ਹੀ, ਕਿਉਂਕਿ ਜਦੋਂ ਐਮਰਜੈਂਸੀ 'ਚ ਆਉਂਦਾ ਜੇ ਕੇਸ, ਇਸ ਤੋਂ ਪਹਿਲਾਂ ਕਿ ਕੀ ਪ੍ਰੀਕਾਸ਼ਨਸ ਲੈਣੀਆਂ ਨੇ, ਕਿਸ ਤਰ੍ਹਾਂ ਦੀ, ਸੋ ਉਹਨੂੰ ਜਦੋਂ ਅਸੀਂ ਹਰ ਮਰੀਜ਼ ਨੂੰ ਦੱਸਦੇ ਹਾਂ ਕਿ ਤੁਹਾਡਾ ਇਹ ਟੈਸਟ ਲੈਣੇ ਜ਼ਰੂਰੀ ਨੇ, ਅੱਧੇ ਤਾਂ ਨਾ ਕਰ ਦਿੰਦੇ ਨੇ, ਅਸੀਂ ਕਰਾਉਣਾ ਹੀ ਨਹੀਂ ਇਹ ਟੈਸਟ। ਪਰ ਸੇਫਟੀ ਫਿਰ ਕਿਵੇਂ ਰੱਖੀਏ? ਹਰ ਇੱਕ ਨੂੰ ਜਿਹੜੇ ਹਾਂ ਕਰ ਦਿੰਦੇ ਨੇ, ਉਹਨਾਂ ਵਿੱਚੋਂ ਜਦੋਂ ਟੈਸਟ ਕਰਵਾਉਂਦੇ ਆ, ਤਾਂ ਭਾਵੇਂ ਏਡੀ ਵੱਡੀ ਗਿਣਤੀ ਵਿੱਚ ਉੱਥੇ ਪੋਜ਼ਿਟਿਵ ਨਹੀਂ ਆ ਰਹੇ, ਪਰ ਆਉਂਦੇ ਕਿੰਨੇ ਕੁ ਫੀਸਦ ਨੇ ਜਿਹੜੇ ਰਜਿੰਦਰਾ 'ਚ ਪਹੁੰਚਦੇ ਨੇ? ਉਨਿਆਂ ਦੇ ਵਿੱਚੋਂ ਵੀ ਸਾਨੂੰ ਮਿਲ ਜਾਂਦੇ ਨੇ ਮਹੀਨੇ ਦੇ ਵਿੱਚ 10 ਤੋਂ 12 ਕੇਸ, ਜਿਹੜੇ ਇਸੇ ਤਰ੍ਹਾਂ ਬੱਚੇ ਪੋਜ਼ਿਟਿਵ ਆਉਂਦੇ ਨੇ, ਜਿਨ੍ਹਾਂ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਹੁੰਦਾ ਤੇ ਨਾ ਉਸ ਬੱਚੇ ਨੂੰ ਆਪ ਹੀ ਤਾਂ ਕੀ ਹੋਈ ਪਤਾ ਹੋਣਾ। ਤਾਂ ਸਮਝ ਲਓ ਕਿ ਕਿਸ ਖਤਰੇ ਵਿੱਚ ਅਸੀਂ ਬੈਠੇ ਹਾਂ ਤੇ ਕਿਸ ਬੰਬ ਨੇ ਕਦੋਂ ਫਟਣਾ ਹੈ, ਇਹ ਸੌਖਿਆਂ ਅੰਦਾਜ਼ਾ ਹੋ ਜਾਂਦਾ ਹੈ, ਜਿਸ ਵਿੱਚ ਹੁਣ ਸਵਾਲ ਪੁੱਛਿਆ ਤੁਸੀਂ ਕਿ ਰੋਕਣਾ ਕਿਵੇਂ? ਸਭ ਤੋਂ ਅਹਿਮ ਚੀਜ਼ ਜਿੱਥੋਂ ਸ਼ੁਰੂ ਹੋਈ ਸੀ, ਇਹ HIV ਸ਼ੁਰੂ ਹੋਈ ਹੀ ਜਦੋਂ ਗੇ ਕਲਚਰ ਸ਼ੁਰੂ ਹੋਇਆ ਸੀ, ਉਹਦੇ ਵਿੱਚੋਂ ਹੀ ਇਹ ਸ਼ੁਰੂ ਹੋਈ, ਜਿਸ ਕਾਰਨ ਅੱਜ ਵੀ ਇਹ ਸਰੀਰਕ ਸੰਬੰਧਾਂ ਉੱਤੇ ਪ੍ਰੀਕਾਸ਼ਨਸ ਦੀ ਉਹਨਾਂ ਨੇ ਇਹਦੀ ਲਾਸਟ ਵਾਰਨਿੰਗ ਬੜੀ ਕਮਾਲ ਦੀ ਇੱਕ ਲਿਖੀ ਜੇ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਅਸੀਂ 2030 ਵਿੱਚ ਏਡਜ਼ ਨੂੰ ਖਤਮ ਕਰਨਾ ਚਾਹੁੰਦੇ, ਦੁਨੀਆ ਤੋਂ ਮਿਟਾ ਦੇਣਾ ਚਾਹੁੰਦੇ, ਤਾਂ ਭਾਈ ਫਿਰ ਕੁਝ ਚੀਜ਼ਾਂ ਪ੍ਰੀਵੈਂਸ਼ਨ ਤੇ ਖਿਆਲ ਰੱਖ ਲਿਓ। ਜੇ ਤੁਸੀਂ ਆਪਣੀ ਸੋਚ ਤਬਦੀਲ ਨਹੀਂ ਕਰਨੀ, ਤੁਸੀਂ ਫੀਮੇਲ ਸੈਕਸ ਵਰਕਰਸ ਕੋਲ ਵੀ ਜਾਣਾ ਹੈ, ਤੁਸੀਂ ਗੇ ਵੀ ਹੋਣਾ ਹੈ, ਤੁਸੀਂ ਟਰਾਂਸਜੈਂਡਰ ਵੂਮਨ ਨਾਲ ਵੀ ਸਭ ਆਪਣਾ ਕੁਕਰਮ ਕਰਨੇ ਨੇ, ਤਾਂ ਭਾਈ ਫਿਰ ਪ੍ਰੋਟੈਕਟਿਵ ਮੈਥਡਸ ਜ਼ਰੂਰ ਲਓ। ਸਾਡੇ ਕੋਲ ਲਿਵ ਇਨ ਰਿਲੇਸ਼ਨਸ਼ਿਪਸ ਜਾਂ ਉਹ ਜਿਨ੍ਹਾਂ ਚੋਂ 92% ਮਾਪਿਆਂ ਨੂੰ ਨਹੀਂ ਪਤਾ, ਜਿਹੜੀਆਂ ਬੇਟੀਆਂ ਜਾਂ ਬੇਟੇ ਸਰੀਰਕ ਸੰਬੰਧ ਨੌਜਵਾਨ ਜੋ ਹਨ ਬਣਾ ਲੈਂਦੇ ਨੇ, ਉਹਨਾਂ 'ਚ ਜਿੰਨੇ ਕੁ ਵੀ ਲੱਭੇ ਨੇ, ਉਹਨਾਂ ਵਿੱਚੋਂ 92% ਦੇ ਮਾਪਿਆਂ ਨੂੰ ਪਤਾ ਨਹੀਂ ਸੀ। ਮੈਂ ਇਹ ਨਹੀਂ ਕਹਿ ਰਹੀ ਕਿ 92% ਬੱਚੇ ਸੰਬੰਧ ਬਣਾ ਰਹੇ ਨੇ, ਬਿਲਕੁਲ ਗੱਲ ਨੂੰ ਤੋੜਿਆ ਮਰੋੜਿਆ ਨਾ ਜਾਵੇ। ਜਿਹੜੇ ਬੱਚੇ ਸਾਹਮਣੇ ਆ ਚੁੱਕੇ ਜਿਨ੍ਹਾਂ ਨੇ ਸੰਬੰਧ ਬਣਾਏ ਨੇ, ਉਹਨਾਂ ਵਿੱਚੋਂ ਹੀ 92% ਦੇ ਮਾਪਿਆਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਬੱਚਿਆਂ ਨੇ ਸੰਬੰਧ ਬਣਾਏ ਨੇ, ਯਾਨੀ ਇਹ ਅਨਅਵੇਅਰ ਨੇ। ਫਿਰ ਟੀਨੇਜ ਪ੍ਰੈਗਨੈਂਸੀਜ਼ ਵੱਧ ਰਹੀਆਂ ਨੇ, ਦਾ ਮਤਲਬ ਇਹ ਹੈ ਕਿ ਸਾਨੂੰ ਜਿਹੜੇ ਸੰਬੰਧ ਤਾਂ ਬਣਾ ਚੁੱਕੇ, ਮਾਪਿਆਂ ਨੂੰ ਪਤਾ ਵੀ ਨਹੀਂ, ਪਰ ਘੱਟੋ ਘੱਟ ਉਹਨਾਂ ਨੂੰ ਪ੍ਰੀਵੈਂਟਿਵ ਮੈਕੈਨਿਜ਼ਮ ਤਾਂ ਦੱਸਣਾ ਜ਼ਰੂਰੀ ਹੈ। ਸੋ ਇਸ ਪ੍ਰਤੀ ਸਾਨੂੰ UN ਨੇ ਹਦਾਇਤ ਦਿੱਤੀ ਹੈ ਕਿ ਬੱਚਿਆਂ ਨਾਲ ਜੋ ਤੁਸੀਂ ਲੁਕਾ ਕੇ ਗੱਲ ਰੱਖਣੀ ਚਾਹੁੰਦੇ ਹੋ, ਤੁਹਾਡੇ ਤੋਂ ਕਈ ਗੁਣਾ ਵੱਧ ਬੱਚਿਆਂ ਨੂੰ ਪਤਾ ਜੇ। ਸੋ ਉਹਨਾਂ ਨੂੰ ਸਗੋਂ ਇਹ ਜਿਹੜੇ ਅਸੀਂ ਸੇਫ ਘੱਟੋ ਘੱਟ ਕਿਵੇਂ ਮਈਅਰਸ ਨੇ, ਉਹਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਅਹਿਮ ਹੈ। UN ਦੇ ਇਹਨਾਂ ਨੇ ਜੋ ਦਿੱਤੇ ਨੇ। ਦੂਸਰੀ ਚੀਜ਼, ਡਰੱਗ ਐਡਿਕਸ਼ਨ ਤੇ ਸੀਵੀਅਰ ਕੰਟਰੋਲ ਦੇ ਨਾਲ ਉਹਨਾਂ ਨੇ ਕਿਹਾ ਕਿ ਡਰੱਗਸ ਨਹੀਂ ਰੋਕੀਆਂ ਜਾ ਸਕਦੀਆਂ। ਇਹ UN ਦੀ ਸਟੇਟਮੈਂਟ ਹੈ। ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਲਾ ਰਹੇ ਨੇ, ਉਹਨਾਂ ਨੂੰ ਸੂਈਆਂ ਤੇ ਸਿਰਿੰਜਾਂ ਪ੍ਰੋਵਾਈਡ ਕਰੋ ਕਿ ਉਹ ਸੇਫ ਆਪਣੇ ਆਪ ਨੂੰ ਰੱਖ ਸਕਣ, ਇਹ ਕਿਸੇ ਗਲਤ ਤਰੀਕੇ ਨਾਲ ਨਾ ਮਰਨ। ਸੋ ਇਸੇ ਕਾਰਨ ਕੈਨੇਡਾ 'ਚ ਵੀ ਇੱਕ ਜੋ ਸਾਹਮਣੇ ਆਇਆ ਸੀ ਇਸ ਵੇਲੇ ਡਿਟੇਲ, ਕਿ ਉਹਨਾਂ ਨੇ ਇੱਕ ਕਾਲੋਨੀ 'ਚ ਇੰਜ ਦਾ ਰੱਖ ਦਿੱਤਾ ਹੈ, ਜਿੱਥੇ ਵੀਕਲੀ ਉਹਨਾਂ ਨੂੰ ਸਿਰਿੰਜਸ ਨੀਡਲਸ ਪਹੁੰਚਾਈਆਂ ਜਾਂਦੀਆਂ। ਇਸੇ ਤਰ੍ਹਾਂ ਯੂਰਪ ਦੇ ਵੀ ਇੱਕ ਹਿੱਸੇ ਵਿੱਚ ਪਤਾ ਲੱਗਿਆ ਸੀ ਖਬਰ, ਮੈਂ ਕੋਈ ਇਸ ਬਾਰੇ ਕੋਈ ਪੱਕੀ ਨਹੀਂ ਦੱਸ ਰਹੀ, ਮੈਨੂੰ ਵੀ ਖਬਰ ਹੀ ਮਿਲੀ ਹੈ, ਜੇ ਗਲਤ ਹੈ ਤੇ ਕੋਈ ਦੱਸ ਸਕਦਾ ਵੀ ਇਹੋ ਜਿਹਾ ਨਹੀਂ ਹੈ, ਪਰ ਮੈਨੂੰ ਜੋ ਦੱਸਿਆ ਗਿਆ ਸੀ ਮੈਂ ਉਸੇ ਹਿਸਾਬ ਨਾਲ, ਉਸੇ ਆਧਾਰ ਤੇ ਕਿ ਉਹਨਾਂ ਦੋਨਾਂ ਥਾਵਾਂ ਤੇ ਇਸ ਤਰ੍ਹਾਂ ਦੇ ਪਤਾ ਲੱਗ ਚੁੱਕਾ, ਜਿੱਥੇ ਉਹਨਾਂ ਨੂੰ ਵੀਕਲੀ ਇਸ ਤਰ੍ਹਾਂ ਦੇ ਪ੍ਰੋਟੈਕਟਿਵ ਮਈਅਰਸ ਵੀ ਤੇ ਸਿਰਿੰਜਸ ਨੀਡਲਸ ਪਹੁੰਚਾਈਆਂ ਜਾਂਦੀਆਂ ਕਿ ਤੁਸੀਂ ਇਹ ਕਰੋ। ਸੋ ਇਹ ਦੋ ਅਹਿਮ ਨੁਕਤੇ। ਤੇ ਤੀਜਾ ਨੁਕਤਾ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਹੋਰ ਜੋ ਮਰਜ਼ੀ ਵੀ ਟੈਸਟ ਕਰਾਣੇ ਕਰਾਈ ਜਾਓ, ਪਰ ਜਦੋਂ ਵੀ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ HIV ਟੈਸਟਿੰਗ ਬਹੁਤ ਜ਼ਰੂਰੀ ਹੈ। ਸੋ ਇਹ ਤਿੰਨ ਅਹਿਮ ਨੁਕਤੇ ਉਹਨਾਂ ਨੇ ਸਾਡੇ ਕੋਲ ਸਾਹਮਣੇ ਰੱਖੇ ਨੇ ਕਿ ਜੇ ਇਹ ਅਸੀਂ ਕਰ ਗਏ ਤਾਂ ਏਡਜ਼ ਦੇ ਨਵੇਂ ਕੇਸ ਨਹੀਂ ਆਣਗੇ, ਵਰਨਾ ਇਲਾਜ ਪੂਰਾ ਕਰਨਾ ਤਾਂ ਅਸੰਭਵ ਹੋਈ ਜਾਂਦਾ। ਜਿਸ ਤਰੀਕੇ ਦਾ ਸਾਰੇ ਮੁਲਕਾਂ ਦੇ ਉੱਤੇ ਇਸ ਤਰੀਕੇ ਜਿੰਨਾ ਕੁ ਉਹਨਾਂ ਨੇ ਲੈ ਲਿਆ ਹੋਇਆ ਕਰਜ਼ਾ, ਉਹ ਤਾਂ ਲਾਣਾ ਹੀ ਔਖਾ ਹੋਇਆ ਪਿਆ ਹੈ। ਸੋ ਇਸ ਤੋਂ ਅੱਗੇ ਜਿਵੇਂ ਆਪਾਂ ਦੇਖ ਚੁੱਕੇ ਹਾਂ ਕਿ 1/3 ਤਾਂ ਇਲਾਜ ਕਰਾ ਹੀ ਨਹੀਂ ਰਹੇ, ਉਹਨਾਂ ਚੋਂ ਵੀ ਕੁੜੀਆਂ ਵਿਚਾਰੀਆਂ ਸਭ ਤੋਂ ਵੱਧ ਮਾਰ ਖਾ ਰਹੀਆਂ ਨੇ। ਸੋ ਜੇ ਆਪਾਂ ਬੇਸਿਕਲੀ ਇਹ ਤਿੰਨ ਚੀਜ਼ਾਂ ਤੇ ਧਿਆਨ ਰੱਖ ਸਕੀਏ ਜੋ ਉਹਨਾਂ ਨੇ ਕਿਹਾ, ਤਾਂ ਫਿਰ ਆਪਾਂ ਕਾਫੀ, ਯਾਨੀ ਹੁਣ ਡਰੱਗ ਐਡਿਕਸ਼ਨ ਅਸੀਂ ਨਹੀਂ ਕਰਾਂਗੇ, ਬੰਦ ਕਰਾਂਗੇ, ਲੁਕਾ ਲਾਵਾਂਗੇ, ਦੇ ਨਾਲੋਂ ਜੇ ਉਹਨਾਂ ਨੂੰ ਅਸੀਂ ਇਹ ਪਹੁੰਚਾ ਸਕੀਏ ਸੇਫ ਸਿਰਿੰਜਸ ਨੀਡਲ, ਇਹ ਜ਼ਿਆਦਾ ਬਿਹਤਰ।
ਮੈਡਮ ਮੇਰਾ ਆਖਰੀ ਸਵਾਲ ਆ, ਆਪਣੇ ਕੋਲ ਸਮਾਂ ਸੀਮਤ ਹੈ। ਮੇਰੇ ਧਿਆਨ ਚ ਆਇਆ ਕਿ ਜਦੋਂ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ ਕਿ ਬੱਚਿਆਂ ਦੇ ਵਿੱਚ ਏਡਸ ਆ, ਉਹਨਾਂ ਦਾ ਕੀ ਕਾਰਨ ਹੈ? ਕੀ ਉਹ ਮਾਪਿਓ ਤੋਂ ਹੋ ਕੇ ਆਉਂਦਾ ਜਾਂ ਫਿਰ ਇੱਕ ਦੂਜੇ ਤੋਂ ਫੈਲਦਾ? ਕਿਉਂਕਿ ਇਹ ਵੀ ਬੜੇ ਭਰਮ ਹੁੰਦੇ ਨੇ। ਨਾਲੋਂ ਨਾਲ ਇਹ ਵੀ ਸਵਾਲ ਆ ਕਿ ਪੰਜਾਬ ਦੇ ਵਿੱਚ ਏਡਸ ਦੇ ਮਰੀਜ਼ਾਂ ਦਾ ਇਲਾਜ ਜਿਹੜਾ ਆ, ਇੱਕ ਵਾਰ ਚਲੋ ਆਪਾਂ ਦੁਨੀਆ ਪੱਧਰ ਤੇ ਵੀ ਦੇਖ ਲਈਏ ਕਿ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ, ਬਹੁਤ ਮਹਿੰਗਾ ਇਲਾਜ ਹੁੰਦਾ, ਇਸ ਕਰਕੇ ਕੋਈ ਉਸ ਪਾਸੇ ਵੱਲ ਵੱਧਦਾ ਹੀ ਨਹੀਂ, ਹੌਲੀ ਹੌਲੀ ਮੌਤ ਦੇ ਮੂੰਹ ਚ ਧੱਕਿਆ ਜਾਂਦਾ। ਪੰਜਾਬ ਦੇ ਵਿੱਚ ਇਸ ਇਲਾਜ ਦੀ ਪੋਜੀਸ਼ਨ ਕਿੱਦਾਂ ਦੀ ਹੈ ਕਿ ਕਿਸ ਤਰ੍ਹਾਂ ਪ੍ਰਕਿਰਿਆ ਚਲਾਈ ਜਾਂਦੀ ਹੈ ਸਰਕਾਰੀ ਹਸਪਤਾਲਾਂ 'ਚ ਖਾਸ ਕਰ? ਦੇਖੋ ਪਹਿਲੀ ਚੀਜ਼ ਤਾਂ ਬੱਚਿਆਂ ਨੂੰ ਜਾਂ ਤਾਂ ਮਾਪਿਆਂ ਕੋਲੋਂ ਹੁੰਦਾ ਜੀ, ਹਮ, ਜਾਂ ਉਹਨਾਂ ਨਾਲ ਜੇ ਤੁਸੀਂ ਕੁਕਰਮ ਕੀਤਾ ਹੈ ਤਾਂ ਉਹਨਾਂ ਨੂੰ ਹੋ ਸਕਦਾ ਹੈ, ਜਾਂ ਜੋ ਅਸੀਂ ਪਿੰਡਾਂ ਵਿੱਚ ਨੀਮ ਹਕੀਮ ਟੀਕੇ ਇੱਕ ਤੋਂ ਦੂਜੇ ਤੋਂ ਤੀਜੇ ਤੋਂ ਚੌਥੇ ਨੂੰ ਉਹੀ ਸਿਰਿੰਜ ਵਰਤ ਰਹੇ ਨੇ। ਇਹ ਹਾਂ, ਅਹਿਮ 3 ਕਾਰਨ ਸਾਡੇ ਕੋਲ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ ਬੱਚਿਆਂ ਨੂੰ ਇਹ ਬਿਮਾਰੀ ਹੋ ਰਹੀ ਹੈ। ਹੁਣ ਇਹਦੇ ਹਮ, ਵਿੱਚ ਜਿਹੜੇ ਤਾਂ ਮਾਪਿਆਂ ਤੋਂ ਹੀ ਲੈ ਗਏ, ਤਾਂ ਉਹਨਾਂ ਲਈ ਟ੍ਰੀਟਮੈਂਟ ਹੈ ਜਿਹੜੀ ਅਸੀਂ ਉਹਨਾਂ ਨੂੰ ਰੈਗੂਲਰ ਪਾ ਦੇਈਦੀ ਹੈ ਜੰਮਦੇ ਬੱਚੇ ਨੂੰ। ਉਹ ਤਾਂ ਕਾਫ਼ੀ ਹੱਦ ਤੱਕ ਅਸੀਂ ਦੇਖੇ ਨੇ ਠੀਕ ਹੁੰਦੇ। ਪਰ ਜਦੋਂ ਉਹ ਵੱਡਿਆਂ ਨੂੰ ਥੋੜ੍ਹੀ ਹੁੰਦੀ ਹੈ, ਕਿਤੋਂ ਟੀਕਾ ਲਵਾ ਲਿਆ ਜਾਂ ਕੋਈ ਕੁਕਰਮ ਹੋਇਆ, ਉਸ ਤਰ੍ਹਾਂ ਹੀ ਹੋਇਆ, ਤਾਂ ਬੇਟੀਆਂ ਦੀ ਇਲਾਜ ਨੂੰ ਬਹੁਤੇ ਤਾਂ ਮਾਪੇ ਅੱਗੇ ਆਉਂਦੇ ਨਹੀਂ। ਇਹ ਫੈਕਟ ਜੇ, ਹਕੀਕਤ ਜੇ, ਤੇ ਇਹ ਅੰਕੜੇ ਮੈਂ ਤਾਂ ਯੂਐਨ ਵਾਲੇ ਵੀ ਤੁਹਾਨੂੰ ਦੱਸ ਦਿੱਤੇ ਨੇ ਕਿ ਇਹ ਉਹਨਾਂ ਨੇ ਵੀ ਇਹੀ ਕਿਹਾ ਤੇ ਮੈਂ ਬਤੌਰ ਡਾਕਟਰ ਵੀ ਦੱਸ ਰਹੀ ਹਾਂ ਕਿ ਬਹੁਤ ਭਾਰੀ ਗਿਣਤੀ 'ਚ ਨੇ ਮਾਪੇ ਜਿਹੜੀਆਂ ਬੇਟੀਆਂ ਦਾ ਇਲਾਜ ਨਹੀਂ ਕਰਾਉਂਦੇ, ਸਗੋਂ ਇਹ ਗੱਲ ਲੁਕਾਉਂਦੇ ਨੇ। ਤੇ ਕਈ ਹਮ, ਵਾਰ ਤਾਂ ਉਹ ਐਨਆਰਆਈ ਨਾਲ ਲਾੜੇ ਨਾਲ ਵਿਆਹ ਦਿੰਦੇ ਨੇ, ਕਦੇ ਦੁਹਾਜੂ ਨਾਲ ਤੋਰਤਾ, ਕਦੇ ਉਮਰ ਤੋਂ ਦੁੱਗਣੀ, ਯਾਨੀ ਕਿਸੇ ਵੀ ਤਰੀਕੇ ਗਲੋਂ ਲਾਹਣ ਦੀ ਉਹ ਤਾਂ ਕਰਦੇ ਨੇ ਵੀ ਦਵਾਈ ਦਾ ਨਾ ਪਤਾ ਲੱਗੇ, ਬਿਮਾਰੀ ਦਾ ਨਾ ਪਤਾ ਲੱਗੇ। ਤੋ ਇਹ ਜੇ ਹਕੀਕਤ। ਤੇ ਬਾਕੀ ਹਾਂਜੀ, ਕਈ ਵਾਰ ਮਿਲ ਵੀ ਜਾਂਦੀ ਜੇ ਰੈਗੂਲਰ ਦਵਾਈ, ਕਈ ਵਾਰ ਸ਼ਾਰਟ ਸਪਲਾਈ ਹੁੰਦੀ ਹੈ ਤਾਂ ਵਿੱਚੋਂ ਬੰਦ ਵੀ ਹੋ ਜਾਂਦੀ ਹੈ। ਤੋ ਇਸ ਤਰੀਕੇ ਇਹ ਕੰਮ ਚੱਲਦਾ ਪਿਆ ਹੈ, ਪਰ ਸਾਨੂੰ ਦਿਖ ਰਿਹਾ ਵੀ ਇਹਦੇ ਨਾਲ ਜਿੰਨੀਆਂ ਕੁ ਮੌਤਾਂ ਹੋ ਰਹੀਆਂ ਨੇ, ਕਾਰਨ ਸਾਡੇ ਸਾਹਮਣੇ। ਅੱਛਾ, ਇਹ ਇੱਕ ਹੋਰ ਜਾਂਦੇ ਜਾਂਦੇ ਕਿ ਕਿੰਨੇ ਕੁ ਚਿਰ 'ਚ ਮਤਲਬ ਕਿ ਬੰਦਾ ਇਸ ਤੋਂ ਉੱਭਰ ਕੇ ਬਾਹਰ ਆ ਜਾਂਦਾ ਏਡਸ ਦੀ ਬਿਮਾਰੀ ਤੋਂ? ਏਡਜ਼ ਇਲਾਜ ਜੇ, ਇਹਦੇ ਤੋਂ ਜੇ ਇੱਕ ਵਾਰ ਹੋ ਗਈ, ਇਹ ਪਿੱਛਾ ਨਹੀਂ ਛੱਡਦੀ। ਸਿਰਫ ਇਹ ਜੇ ਕਿ ਤੁਸੀਂ ਦਵਾਈਆਂ ਨਾਲ ਆਪਣੇ ਆਪ ਨੂੰ ਕਿੰਨੀ ਕੁ ਦੇਰ ਮੇਨਟੇਨ ਕਰ ਸਕਦੇ ਹੋ, ਕਿੰਨੀ ਕੁ ਦੇਰ ਤੁਹਾਡੇ ਸੈੱਲ ਤਗੜੇ ਰਹਿੰਦੇ ਨੇ, ਕਿੰਨੀ ਦੇਰ ਤੁਹਾਡਾ ਸਰੀਰ ਇਸ ਨਾਲ ਜੰਗ ਵਿੱਢ ਸਕਦਾ ਹੈ, ਕਿੰਨੀ ਕੁ ਦੇਰ ਹੈਲਦੀ ਰਹਿ ਸਕਦੇ ਹੋ, ਹੋਰ ਇਨਫੈਕਸ਼ਨਸ ਕਿੰਨੀ ਛੇਤੀ ਤੁਹਾਨੂੰ ਫੜਦੀਆਂ ਨੇ, ਜਾਂ ਤੁਹਾਡੇ ਪਹਿਲਾਂ ਤੋਂ ਕੋਈ ਗੁਰਦੇ ਦਾ ਜਾਂ ਜਿਗਰ ਦੇ ਰੋਗ ਹਨ ਜਾਂ ਨਹੀਂ, ਕੋਈ ਕੈਂਸਰ ਨਾਲੋਂ ਨਾਲ ਜੇ ਸ਼ੁਰੂ ਹੋ ਜਾਏ, ਯਾਨੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਤੇ ਮੈਟਰ ਕਰਦੀਆਂ ਨੇ। ਉਹ ਤੁਹਾਡੇ ਹੱਥ ਹੈ ਕਿ ਤੁਸੀਂ 2 ਸਾਲਾਂ ਅੰਦਰ ਹੀ ਮਰ ਜਾਣਾ ਹੈ ਜਾਂ 10 ਸਾਲ ਜਾਂ 15 ਸਾਲ ਤੱਕ ਵੀ ਤੁਸੀਂ ਜੀ ਸਕਦੇ ਹੋ। ਡਿਪੈਂਡਿੰਗ ਅਪੋਨ ਤੁਹਾਡੀ ਕੰਡੀਸ਼ਨ ਹੈ, ਤੁਹਾਡਾ ਸਰੀਰ ਹੈ, ਕਿੰਨਾ ਕੁ ਉਹਦੇ ਨਾਲ ਲੜ ਫਿਰ ਸਕਦੇ ਹੋ। ਪਰ ਹਾਲੇ ਤੱਕ ਇਹਦਾ ਕਿਉਰ ਲੱਭਿਆ ਨਹੀਂ। ਯਕੀਨੀ ਮੌਤ ਦੀ ਸਟੈਂਪ ਲੱਗਦੀ ਹੈ। ਸਿਰਫ ਉਮਰ ਦੇ ਕਿਸ ਦੌਰ 'ਚ ਜਾਣਾ ਹੈ, ਕਿੰਨੇ ਸਾਲਾਂ 'ਚ ਜਾਣਾ ਹੈ, ਉਹੀ ਸਾਡੇ ਸਿਰ ਤੇ ਰਹਿ ਜਾਂਦਾ ਹੈ। ਸੋ ਅਖੀਰ ਜਾਣਾ ਤਾਂ ਹੈ ਹੀ। ਇਸੇ ਕਾਰਨ ਇਹ ਚੀਜ਼ਾਂ ਅੱਜ ਦੱਸੀਆਂ ਗਈਆਂ ਸੀ ਵੀ ਜਿਸ ਲਾ ਇਲਾਜ ਬਿਮਾਰੀ ਰਾਹੀਂ ਅਸੀਂ ਮੌਤ ਦੇ ਮੂੰਹ ਵਿੱਚ ਧੱਕੇ ਜਾਵਾਂਗੇ, ਉਸ ਤੋਂ ਬਚਣ ਦੇ ਤਰੀਕੇ ਹਨ। ਜੇ ਅਸੀਂ ਉਹ ਅੱਜ ਵੇਲੇ ਸਿਰ ਸੰਭਲ ਜਾਈਏ, ਸਮਝ ਲਈਏ, ਅਪਣਾ ਲਈਏ, ਤਾਂ ਫਿਰ ਜਿਵੇਂ ਯੂਐਨ ਕਹਿ ਰਿਹਾ ਬਚ ਸਕਦੇ ਹਾਂ, 2030 ਤੱਕ ਅਸੀਂ ਇਹਨੂੰ ਰੋਕ ਸਕਦੇ ਹਾਂ। ਵਰਨਾ ਤਾਂ ਇਹ ਬੰਬ ਫਟੇ ਤੇ ਰਾਹ ਨਹੀਂ ਜੇ ਲੱਭਣਾ। ਜੀ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸਾਡੇ ਪ੍ਰੋਗਰਾਮ ਦਾ ਮਕਸਦ ਅਖੀਰ ਦੇ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਮਕਸਦ ਸਿਰਫ ਇੱਕੋ ਹੁੰਦਾ, ਕੋਈ ਤੁਹਾਨੂੰ ਡਰਾਉਣਾ ਨਹੀਂ। ਸਿਰਫ ਇਹ ਆ ਕਿ ਉਹਨਾਂ ਅੰਕੜਿਆਂ ਦੇ ਉੱਤੇ ਤੁਸੀਂ ਵੀ ਗੌਰ ਕਰੋ, ਸਰਕਾਰਾਂ ਨੂੰ ਵੀ ਗੌਰ ਕਰਨਾ ਚਾਹੀਦਾ। ਇਹ ਨਾ ਹੋਵੇ ਜਿਹੜਾ ਕਰੋਨਾ ਵਾਲਾ ਜਿਹੜਾ ਹਾਲਾਤ ਉਦੋਂ ਪੈਦਾ ਹੋਏ ਸੀ, ਉਸ ਤੋਂ ਵੀ ਭਿਆਨਕ ਹਾਲਾਤ ਇਹ ਲੱਗਦੇ ਨੇ, ਕਿਉਂਕਿ ਬੰਦਾ ਹੌਲੀ ਹੌਲੀ ਕਰਕੇ ਉਹਨੂੰ ਫਿਰ ਇਲਾਜ ਮਹਿੰਗਾ ਮਿਲਣਾ। ਕਰੋਨਾ ਤੋਂ ਤਾਂ ਉੱਭਰ ਕੇ ਚਲੋ ਲੋਕ ਸਾਹਮਣੇ ਆ ਗਏ, ਕਈਆਂ ਦੀ ਮੌਤ ਵੀ ਹੋ ਗਈ, ਪਰ ਜੇ ਇਹ ਬਿਮਾਰੀ 2025 ਤੱਕ ਇਸ ਤਰੀਕੇ ਨਾਲ ਘਾਤਕ ਬਣਦੀ ਹੈ ਤਾਂ ਸਾਨੂੰ ਅੱਜ ਸੋਚਣਾ ਪੈਣਾ। ਨੀਮ ਹਕੀਮ ਖਤਰਾ ਜਾਣ, ਇਹ ਬਹੁਤ ਵੱਡੀ ਗੱਲ ਮੈਡਮ ਨੇ ਕਹੀ ਆ ਕਿ ਪਿੰਡਾਂ ਵਿੱਚ ਜਾ ਕੇ ਲੋਕ ਡਾਕਟਰਾਂ ਕੋਲ ਜਾਂਦੇ ਨੇ, ਉਹ ਸਿਰਿੰਜ ਲਾ ਦਿੰਦੇ ਨੇ, ਟੀਕੇ ਬਹੁਤ ਛੇਤੀ ਲੱਗਦੇ ਪਿੰਡਾਂ ਵਾਲੇ ਜਿਹੜੇ ਡਾਕਟਰ ਲਾ ਦਿੰਦੇ ਨੇ, ਤੇ ਉਸ ਤੋਂ ਬਾਅਦ ਉਹਦੇ ਨਤੀਜੇ ਕੀ ਹੁੰਦੇ ਨੇ ਉਹ ਤੁਹਾਡੇ ਸਾਹਮਣੇ ਨੇ। ਹੌਲੀ ਹੌਲੀ ਬਿਮਾਰੀਆਂ ਇਸੇ ਤਰੀਕੇ ਨਾਲ ਫੈਲਦੀਆਂ ਨੇ। ਆਪਣੇ ਆਪ ਤੇ ਗੌਰ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।